ਭਾਈ ਰਣਜੀਤ ਸਿੰਘ ਜੀ ਸਿਹਤਯਾਬੀ ਵਾਸਤੇ ਯਾਰ ਇੱਕ ਤੰਦਰੁਸਤ ਬੰਦਾ, ਚੰਗਾ ਭਲਾ ਰਿਸ਼ਟ ਪੁਸ਼ਟ ਜਿਹੜਾ ਵਾ ਜਿਹਨੂੰ ਹਰ ਤਰ੍ਹਾਂ ਦਾ ਵਧੀਆ ਖਾਣਾ ਜਿਹੜਾ ਸਲਾਦ ਵਗੈਰਾ ਮੁਹੱਈਆ ਹੁੰਦੇ ਨੇ, ਉਹਦੀ ਸਿਹਤਯਾਬੀ ਲਈ ਤੇ ਅਰਦਾਸ ਕਰ ਰਹੇ ਨੇ। ਤੇ ਜੇ ਕਿਸੇ ਨੇ ਬੋਰਵੈਲ ਦੇ ਵਿੱਚ ਡਿੱਗੇ ਬੱਚੇ ਲਈ ਕਿੱਥੇ ਕੈਮਰਾ ਤੱਕ ਵੀ ਨਹੀਂ, ਪਤਾ ਨਹੀਂ ਕਿਸ ਹਾਲਤ ਦੇ ਵਿੱਚ ਹੈ, ਤੇ ਉਹਦੇ ਵਾਸਤੇ ਅਰਦਾਸ ਕਰਦੀ ਹੈ ਕਿ ਭਾਈ ਰਣਜੀਤ ਸਿੰਘ ਦੰਦੀਆਂ ਖਰਾਉਂਦੇ ਨੇ ਉਹਨਾਂ ਲੋਕਾਂ ਨੂੰ, ਸਾਰੇ ਅਰਦਾਸ ਕਰੋ। ਸਿੱਖੀ ਦੀ ਹਰ ਪਰੰਪਰਾ ਨੂੰ ਢਾਹ ਲਾਉਣਾ ਤੁਸੀਂ ਸਹੁੰ ਖਾਧੀ ਹੋਈ ਹੈ। ਕੋਈ ਸਿੰਘ ਉੱਥੇ ਆਪਣੀ ਨੂੰਹ ਰਾਣੀ ਦੀ ਜੌਬ ਲੱਗਣ ਦੀ ਖੁਸ਼ੀ ਦੇ ਵਿੱਚ ਲੰਗਰ ਦੀ ਸੇਵਾ ਕਰ ਰਿਹਾ। ਯਾਰ ਤੁਸੀਂ ਇਹਨੂੰ ਲੰਗਰ ਕਿਉਂ ਕਹਿੰਦੇ ਹੋ? ਤੁਸੀਂ ਪਾਰਟੀ ਕਿਆ ਕਰੋ ਇਹਨੂੰ। ਹੁਣ ਤੈਨੂੰ ਮੈਂ ਉਹ ਸੁਣਾਉਣ ਲੱਗਾ ਜਿਹੜਾ ਬਿਨਾਂ ਡਿਗਰੀਆਂ ਤੋਂ ਲੋਕਾਂ ਦੇ ਜਨਮ, ਮਰਨ, ਕਾਰਜ, ਦੇਹ ਅਰੋਗਤਾ, ਤੰਦਰੁਸਤੀਆਂ ਸਭ ਕੁਛ ਰਣਜੀਤ ਸਿੰਘ ਨੂੰ ਖੱਬੇ ਪਾਸੇ ਖੜਿਆ ਕਰਕੇ ਉਹਦੀ ਹਾਜ਼ਰੀ 'ਚ ਉਹਦੀ ਗਵਾਹੀ ਪਵਾ ਕੇ ਮਹਾਰਾਜ ਦੇ ਕੋਲੋਂ ਕੀਤੀਆਂ ਜਾ ਰਹੀਆਂ ਨੇ। ਉਹ ਇਹ ਐਉਂ ਸੁਣੋ। ਦਰਸ਼ਨਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹ ਆਪ ਜੀਆਂ ਦੇ ਪਾਵਨ ਪੁੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਸੱਚੇ ਪਾਤਸ਼ਾਹ ਜੀ। ਸ਼ਾਮਾਂ ਦੇ ਦੂਸਰੇ ਦਿਨ ਦੇ ਦੀਵਾਨ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਹੋਏ। ਉਪਰੰਤ ਆਪ ਜੀ ਦੇ ਵਰੋ ਸਾਹਿਬ ਜਥਿਆਂ ਵੱਲੋਂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੀ ਕੀਰਤਨ ਵਿਚਾਰਾਂ ਹੋਈਆਂ ਹਨ। ਗੁਰਬਾਣੀ ਦੇ ਜਾਪ ਕਰਦੇ ਆ, ਕੀਰਤਨ ਵਿਚਾਰਾਂ ਕਰਦੇ ਆ। ਆਪ ਜੀ ਦੇ ਹੋਰ ਸੇਵਾਦਾਰਾਂ ਪਾਸੋਂ ਆਪ ਜੀ ਦੀ ਟਹਿਲ ਵਿੱਚ ਆਪ ਜੀ ਦੀਆਂ ਸੇਵਾਵਾਂ ਨਿਭਾਉਂਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਜਾਣ। ਲੋਕੀ ਜਦੋਂ ਅਰਦਾਸ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਉਦੋਂ ਤੇ ਰੇਡੀਓ ਤੋਂ ਕਿਹਾ ਜਾਂਦਾ ਕਿ ਨਹੀਂ ਜੀ ਇੱਕ ਕਿਤਾਬ ਆ, ਸਿਰਫ ਨੋਟਸ ਸੀਗੇ ਮਹਾਰਾਜ ਦੇ। ਰਣਜੀਤ ਸਿੰਘ ਹੁਣੀ ਸਾਹਮਣੇ ਖੜੇ ਹੋ ਕੇ ਅਮਰੀਕਾ ਦੇ ਵਿੱਚ ਚੋਟੀ ਦੇ ਸਿਸਟਮ ਦੇ ਵਿੱਚ ਉੱਥੇ ਗੁਰਦੁਆਰਾ ਖੋਲ ਕੇ ਲਰਨਿੰਗ ਸੈਂਟਰ ਬਣਾ ਕੇ, ਲਰਨਿੰਗ ਸੈਂਟਰ ਮਤਲਬ ਇੱਥੇ ਜੋ ਹੋਊਗਾ ਉਹ ਸਮਾਜ ਨੂੰ ਸਿਖਾਇਆ ਜਾਊਗਾ। ਉੱਥੇ ਇਹ ਹੋ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਤੁਹਾਡੀ ਟਹਿਲ ਕਰਦਿਆਂ, ਤੁਹਾਡੀ ਸੇਵਾ ਕਰਦਿਆਂ, ਤੁਹਾਡੀ ਹਾਜ਼ਰੀ ਦੇ ਵਿੱਚ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ। ਹੁਣ ਗੁਰੂ ਗ੍ਰੰਥ ਸਾਹਿਬ ਜੇ ਤੁਹਾਡੀ ਨਿਗਾਹ ਦੇ ਵਿੱਚ ਸਿਰਫ ਇੱਕ ਕਿਤਾਬ ਨੇ ਅਪਗ੍ਰੇਡ ਤੇ ਉਹ ਖਿਮਾ ਕਿੱਦਾਂ ਕਰਨਗੇ ਤੁਹਾਨੂੰ? ਉਹਨਾਂ ਦੀ ਟਹਿਲ ਦੇ ਵਿੱਚ ਕਮੀ ਰਹਿ ਗਈ ਆ ਤੇ ਉਹ ਤੁਹਾਨੂੰ ਕਿੱਦਾਂ ਦੱਸਣਗੇ? ਗੁਰੂ ਸਾਹਿਬ ਤੋਂ ਵਰੋਸਾਏ ਜਥੇ, ਵਰੋਸਾਏ ਹੁੰਦੇ ਆ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਉਹਨਾਂ ਨੇ ਵਰੋਸਾਏ ਕਿ ਮੇਰੇ ਵੱਲੋਂ ਆ ਕੰਮ ਕਰੇਗਾ। ਸੌਰੀ, ਹੁਣ ਰਣਜੀਤ ਸਿੰਘ ਹੋਣੀ ਗੁਰੂ ਗ੍ਰੰਥ ਸਾਹਿਬ ਤੋਂ ਵਰੋਸਾਏ ਕਿੱਦਾਂ ਹੋ ਗਏ? ਤੁਹਾਡੇ ਵਾਸਤੇ ਤੇ ਉਹ ਇੱਕ ਕਿਤਾਬ ਹੈ, ਜਸਟ ਨੋਟਸ ਨੇ, ਤੇ ਨੋਟਸ ਕਿਸੇ ਬੰਦੇ ਨੂੰ ਕਿੱਦਾਂ ਵਰੋਸਾਏ ਸਕਦੇ ਨੇ? ਪਰ ਨਹੀਂ, ਤੁਸੀਂ ਤੇ ਲਾਡਲੇ ਹੋ ਨਾ ਯਾਰ, ਤੁਹਾਡੇ ਵਾਸਤੇ ਤੇ ਸਭ ਕੁਝ ਪੋਸੀਬਲ ਹੈ ਨਾ। ਤੁਸੀਂ ਤੇ ਦੋ ਮੂੰਹਾਂ ਸੱਪ ਹੋ, ਦੁੱਧ ਵੀ ਪੀ ਜਾਣਾ, ਡੰਗ ਵੀ ਮਰ ਜਾਣਾ, ਐਵਰੀਥਿੰਗ ਇਜ਼ ਪੋਸੀਬਲ। ਸਮਝ ਕੇ ਖਿਮਾ ਕਰ ਦੇਣਾ ਜੀ। ਅਗਾਂਹ ਤੋਂ ਸਮਤ ਬਖਸ਼ਿਸ਼ ਕਰਨੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਜੀ। ਆਪਣੇ ਦਰ ਘਰ ਦੀਆਂ ਸਾਰੀਆਂ ਸੇਵਾਵਾਂ ਆਪ ਅੰਗ ਸੰਗ ਹੋ ਕਰਕੇ ਲੈ ਲੈਣੀਆਂ ਜੀ। ਸਮੂਹ ਸਾਧ ਸੰਗ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸਭਨਾ ਦਾ ਗਾਵਿਆ ਸੁਣਿਆ ਥਾਂ ਪਾਉਣਾ ਜੀ। ਸਭਨਾ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਚਰਨਾਂ ਕਮਾਉਣ ਦਾ ਪਿਆਰ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਧਰਮ ਦੀ ਥੰਮਣਗੜ੍ਹ ਜੇ ਸੌਂਦਾ ਹੋਵੇ ਤੇ ਕਹਿੰਦਾ ਸੀ ਵੀ ਇਹ ਜਨਮ ਮਰਨ ਦੇ ਭੋਗਾਂ ਦੀਆਂ ਅਰਦਾਸਾਂ, ਜਨਮ ਦੀਆਂ ਅਰਦਾਸਾਂ ਜਿਹੜੀਆਂ ਕਰਨ ਵਾਸਤੇ ਡਿਗਰੀਆਂ ਕਿੱਥੋਂ ਲੈਣ ਦੀ ਲੋੜ ਆ? ਤੇ ਬੰਦਾ ਤੂੰ ਪੁੱਛ ਲਵੀਂ, ਕਿਉਂਕਿ ਤੇਰਾ ਪਰਮੇਸ਼ਰ ਦੁਆਰ ਦੇ ਵਿੱਚ ਬਹੁਤ ਆਉਣ ਜਾਣ ਆ, ਰੱਬ ਹੋਣ ਦਾ ਸਰਟੀਫਿਕੇਟ ਤੂੰ ਉੱਥੋਂ ਲਿਆ ਆ। ਤੇ ਰਣਜੀਤ ਸਿੰਘ ਕੋਲੋਂ ਸਹਿਜ ਨਾ ਕੰਨ 'ਚ ਪੁੱਛ ਲਵੀਂ ਕਿ ਆਹ ਜਿਹੜਾ ਬੰਦਾ ਅਰਦਾਸ ਕਰ ਰਿਹਾ ਲਰਨਿੰਗ ਸੈਂਟਰ 'ਚ, ਕਿੰਨੀਆਂ ਕੁ ਡਿਗਰੀਆਂ ਨੇ ਇਹਦੇ ਕੋਲ? ਜੇ ਨਹੀਂ ਡਿਗਰੀਆਂ ਹੈਗੀਆਂ ਤੇ ਫਿਰ ਤੇਰੇ ਵਾਸਤੇ ਬੜਾ ਸੌਖਾ ਇਹ ਕੰਮ, ਤੂੰ ਵੀ ਕਰ ਸਕਦਾ। ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ। ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ। ਅੱਜ ਦੇ ਲੰਗਰਾਂ ਦੀ ਸੇਵਾ ਆਪ ਜੀ ਦੇ ਸੇਵਾਦਾਰ ਭਾਈ ਗੁਰਚਰਨ ਸਿੰਘ ਹੋਰਾਂ ਵੱਲੋਂ ਆਪਣੀ ਨੂੰਹ ਰਾਣੀ ਦੀ ਨਵੀਂ ਜੌਬ ਦੀ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਕਰਵਾਈ ਗਈ ਹੈ। ਕਿਰਪਾ ਕਰਨੀ। ਲਓ ਜੀ, ਕੋਈ ਸਿੰਘ ਉੱਥੇ ਆਪਣੀ ਨੂੰਹ ਰਾਣੀ ਦੀ ਜੌਬ ਲੱਗਣ ਦੀ ਖੁਸ਼ੀ ਦੇ ਵਿੱਚ ਲੰਗਰ ਦੀ ਸੇਵਾ ਕਰ ਰਿਹਾ। ਯਾਰ ਤੁਸੀਂ ਇਹਨੂੰ ਲੰਗਰ ਕਿਉਂ ਕਹਿੰਦੇ ਹੋ? ਤੁਸੀਂ ਪਾਰਟੀ ਕਿਆ ਕਰੋ ਇਹਨੂੰ। ਤੁਹਾਨੂੰ ਪਤਾ ਹੀ ਹੋਣਾ ਕਿੰਨਾ ਜ਼ਹਿਰ ਉਗਲਿਆ ਜਿਹੜੇ ਬੰਦਿਆਂ ਨੇ ਲੰਗਰ ਦੇ ਖਿਲਾਫ ਉੱਥੇ ਰੇਡੀਓ ਤੋਂ ਤੇ ਭਾਈ ਰਣਜੀਤ ਸਿੰਘ ਦੇ ਬੜੀ ਦਲੀਲ ਨਾਲ ਗੱਲ ਕਰਦੇ ਨੇ ਜੀ। ਉਹ ਤੇ ਬੜੀ ਦਲੀਲ ਨਾਲ ਗੱਲ ਕਰਦੇ। ਭਾਈ ਤੁਸੀਂ ਇਹਨੂੰ ਪਾਰਟੀ ਕਿਆ ਕਰੋ ਤੇ ਅਰਦਾਸ ਕਰਨ ਦੀ ਲੋੜ ਨਹੀਂ ਆ। ਇਹ ਪਾਰਟੀ ਕੀਤੀ ਆ ਜੀ ਨੂੰਹ ਰਾਣੀ ਦੀ ਜੌਬ ਲੱਗਣ ਦੀ ਖੁਸ਼ੀ ਦੇ ਵਿੱਚ, ਕਿਉਂਕਿ ਲੰਗਰ ਦਾ ਕਨਸੈਪਟ ਤਾਂ ਹੈ ਹੀ ਨਹੀਂ ਤੁਹਾਡੇ ਵਾਸਤੇ। ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਆਪ ਅੰਗ ਸੰਗ ਹੋ ਕਰਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ। ਭਾਈ ਸੁਰਮੁਖ ਸਿੰਘ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਸੁਖਦੇਵ ਸਿੰਘ ਹੋਰਾਂ ਵੱਲੋਂ ਪਰਿਵਾਰ ਦੇ ਚੜ੍ਹਦੀ ਕਲਾ ਵਾਸਤੇ ਔਰ ਸੁਖਦੇਵ ਸਿੰਘ ਹੋਰਾਂ ਦੀ ਦੇਹ ਅਰੋਗਤਾ ਵਾਸਤੇ ਅਰਦਾਸ ਬੇਨਤੀ ਹੈ।
ਅੱਜ ਜਿਹੜੀ ਦੇਹ ਅਰੋਗਤਾ ਵਾਸਤੇ ਅਰਦਾਸ ਬੇਨਤੀਆਂ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੋ, ਇਹ ਮਿਹਰ ਵਾਲਾ ਹੱਥ ਕਿੱਦਾਂ ਰਖਵਾਉਂਦੇ ਜੋ? ਜੇ ਤੁਹਾਨੂੰ ਪੈਸੇ ਮਿਲਣ ਤੇ ਤੁਸੀਂ ਮਹਾਰਾਜ ਦਾ ਗੁੱਟ ਫੜ ਕੇ ਅਗਲੇ ਦੇ ਸਿਰ ਤੇ ਰਖਵਾ ਦਿਓ ਵੀ ਮਿਹਰ ਭਰਿਆ ਹੱਥ ਰੱਖੋ ਜੀ। ਜੇ ਹੋਰ ਕੋਈ ਇਹ ਅਰਦਾਸ ਕਰੇ, ਉਹ ਪੁਜਾਰੀ ਹੋ ਗਿਆ ਜੀ, ਉਹ ਲੁੱਟਦਾ ਤੁਹਾਨੂੰ ਜੀ, ਉਹ ਤੁਹਾਨੂੰ ਉਹਨੇ ਤੁਹਾਡੇ ਦਿਮਾਗ ਜਕੜ ਦਿੱਤੇ ਜੀ, 500-600 ਸਾਲ ਲੁੱਟ ਲਿਆ ਜੀ, ਹੁਣ ਅਸੀਂ ਆ ਗਏ ਤੁਹਾਨੂੰ ਬਚਾਵਾਂਗੇ ਜੀ, ਨਹੀਂ ਤੇ ਤੁਸੀਂ ਤੇ ਮਾਰੇ ਗਏ ਹੋ, ਲੁੱਟੇ ਗਏ ਹੋ। ਤੁਸੀਂ ਕਿੱਦਾਂ ਮਹਾਰਾਜ ਦਾ ਗੁੱਟ ਫੜ ਕੇ ਅਗਲੇ ਦੇ ਸਿਰ ਤੇ ਰਖਵਾਉਣ ਡਏ ਹੋ? ਕਿੰਨੇ ਪੈਸੇ ਲਏ ਇਸ ਚੀਜ਼ ਦੇ? ਤੁਹਾਡੀ ਵਿਚੋਲਗੀ ਜਿਹੜੀ ਉਹ ਪ੍ਰਵਾਨ ਆ, ਦੂਜਾ ਕਰੇ ਦੇ ਪੁਜਾਰੀਵਾਦ ਆ। ਚੜ੍ਹਦੀ ਕਲਾ ਵਾਸਤੇ ਔਰ ਸੁਖਦੇਵ ਸਿੰਘ ਹੋਰਾਂ ਦੀ ਦੇਹ ਅਰੋਗਤਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਬਲਵੀਰ ਸਿੰਘ ਹੋਰਾਂ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਸੇਵਾ ਸਿੰਘ ਹੋਰਾਂ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਬੀਬੀ ਅਵਨਾਸ਼ ਕੌਰ ਵੱਲੋਂ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ, ਸਭਨਾਂ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ, ਨਾਮ ਦੀ ਦਾਤ, ਚਰਨਾਂ ਕਮਲਾਂ ਦਾ ਪਿਆਰ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਜੀ। ਕਿਹੜੇ ਚਰਨ ਕਮਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਦਾ ਪਿਆਰ ਮੰਗਿਆ ਜਾ ਰਿਹਾ ਭਾਈ ਰਣਜੀਤ ਸਿੰਘ ਨੂੰ ਸੱਜੇ ਖੱਬੇ ਪਾਸੇ ਖਿਲਾਰ ਕੇ? ਉਹਨਾਂ ਦੁਆਰਾ ਤਿਆਰ ਕੀਤੇ ਲਰਨਿੰਗ ਸੈਂਟਰ ਦੇ ਵਿੱਚ 21ਵੀਂ ਸਦੀ ਵੀ ਹੁਣ ਤੇ 5ਵਾਂ ਸਾਲ ਲੰਘ ਗਈ ਹੈ। 2021 ਦੇ ਵਿੱਚ 17-18 ਤੋਂ ਤੁਸੀਂ ਜਿਹੜਾ ਝੰਡਾ ਚੁੱਕਿਆ ਹੋਇਆ ਅਰਦਾਸ ਦੇ ਖਿਲਾਫ, ਆਪ ਉਸ ਦੇਸ਼ 'ਚ ਜਾ ਕੇ ਅਰਦਾਸ ਕਰ ਰਹੇ ਹੋ ਜਿਹੜਾ ਚੋਟੀ ਦਾ ਜਿਹੜਾ ਤਰੱਕੀ ਯਾਫਤਾ ਮੁਲਕ ਹੈ। ਕਿਹੜੀ ਮਿਹਰ ਕਰਵਾ ਰਹੇ ਹੋ? ਕਿਹੜੀਆਂ ਤੰਦਰੁਸਤੀਆਂ ਮੰਗ ਰਹੇ ਹੋ? ਜੌਬ ਦੀ ਖੁਸ਼ੀ 'ਚ ਤੁਸੀਂ ਲੰਗਰ ਲਵਾ ਰਹੇ ਹੋ। ਇਹ ਲੁੱਟ ਨਹੀਂ ਰਹੇ ਲੋਕਾਂ ਨੂੰ? ਜਦੋਂ ਤੁਹਾਨੂੰ ਪਤਾ ਆ ਕਿ ਜੌਬ ਅਗਲੀ ਨੇ ਆਪਣੀ ਮਿਹਨਤ ਦੇ ਨਾਲ ਲਈ ਹੈ, ਤੁਸੀਂ ਉਹ ਤੋਂ ਲੰਗਰ ਕਿਉਂ ਖਾ ਰਹੇ ਹੋ? ਵੀ ਤੁਸੀਂ ਕਿਉਂ ਨਹੀਂ ਹੱਥ ਜੋੜ ਕੇ ਕਹਿੰਦੇ ਕਿ ਨਾ ਭੈਣ, ਤੂੰ ਮਿਹਨਤ ਕੀਤੀ ਆ, ਤੂੰ ਡਿਗਰੀਆਂ ਹਾਸਲ ਕੀਤੀਆਂ ਨੇ, ਤੈਨੂੰ ਨੌਕਰੀ ਮਿਲੀ ਆ, ਸਾਨੂੰ ਰੋਟੀ ਖਵਾਵੇਂ ਤੂੰ? ਕਾਹਦੇ ਲਈ? ਅਸੀਂ ਕੀ ਕੀਤਾ ਹੈ? ਅਸੀਂ ਤੇ ਅੱਗੇ ਤੁਹਾਡੇ ਪੈਸਿਆਂ ਤੇ ਟਿਕਟਾਂ ਲੈ ਕੇ ਇੱਥੇ ਪਹੁੰਚੇ ਹਾਂ, ਉੱਤੋਂ ਤੁਸੀਂ ਫਿਰ ਸਾਨੂੰ ਜਿਹੜਾ ਜੌਬ ਤੁਹਾਡੀ ਲੱਗੀ ਮਿਹਨਤ ਨਾਲ, ਤੁਸੀਂ ਤਨਖਾਹ ਦੇ ਵਿੱਚੋਂ ਖਰਚਾ ਕਰਕੇ ਸਾਨੂੰ ਫਿਰ ਰੋਟੀਆਂ ਖਵਾਉਣ ਡਏ ਹੋ। ਇਹ ਪੁਜਾਰੀਵਾਦ ਹੈ ਤੇ ਸਭ ਤੋਂ ਖਤਰਨਾਕ ਪੁਜਾਰੀਵਾਦ ਹੈ, ਕਿਉਂਕਿ ਇਹ ਹੈ ਜਿਨ ਮਨ ਹੋਰ ਮੁਖ ਹੋਰ, ਕਹਿਣਾ ਕੁਛ ਹੋਰ ਤੇ ਕਰਨਾ ਕੁਛ ਹੋਰ। ਭਾਈ ਸਾਹਿਬ ਹੋਰਾਂ ਨੂੰ ਸਿਹਤ ਜਾਬੀਆਂ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਇਸੇ ਤਰ੍ਹਾਂ ਅਗਾਹ ਤੋਂ। ਹੁਣ ਭਾਈ ਰਣਜੀਤ ਸਿੰਘ ਜੀ, ਤੁਹਾਨੂੰ ਤੇ ਉੱਥੇ ਗੁੱਟੋਂ ਫੜ ਲੈਣਾ ਚਾਹੀਦਾ ਸੀ ਬੰਦੇ ਨੂੰ। ਪਹਿਲੀ ਤੇ ਗੱਲ, ਤੁਹਾਡੇ ਦੁਆਰਾ ਤਿਆਰ ਕੀਤੇ ਲਰਨਿੰਗ ਸੈਂਟਰ ਦੇ ਵਿੱਚ ਆਹ ਕੰਮ ਹੋ ਕਿੱਦਾਂ ਜਾਵੇ ਕਿ ਤੁਹਾਡੀ ਸਿਹਤ ਜਾਬੀ ਵਾਸਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਹੋਣ ਡਈ ਹੈ। ਜੇ ਫਤਿਹਵੀਰ ਸਿੰਘ ਦੀ ਸਿਹਤ ਜਾਬੀ ਵਾਸਤੇ ਅਰਦਾਸ ਹੋਈ ਤੇ ਤੁਹਾਨੂੰ ਦੁਖੀ, ਤੁਸੀਂ ਉਹ ਵੇਲਾ ਵੀ ਨਹੀਂ ਵੇਖਿਆ ਕਿ ਛੋਟਾ ਜਿਹਾ ਬੱਚਾ ਚੜਾਈ ਕਰ ਗਿਆ ਤੇ ਮੇਰੀ ਕਹੀ ਹੋਈ ਗੱਲ ਦਾ ਕੀ ਅਸਰ ਹੋਊਗਾ। ਹੰਕਾਰ ਦੇ ਘੋੜੇ ਤੇ ਚੜੇ ਲਗਾਮਾਂ ਖਿੱਚੀ ਜਾਂਦੇ ਹੋ। ਅੱਜ ਤੁਸੀਂ ਚੰਗੇ ਭਲੇ ਤੰਦਰੁਸਤ ਹੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਹਾਡੀ ਸਿਹਤ ਜਾਬੀ ਵਾਸਤੇ ਅਰਦਾਸ ਹੋਣ ਡਈ, ਤੁਹਾਨੂੰ ਤੇ ਗੁੱਟੋਂ ਫੜ ਲੈਣਾ ਚਾਹੀਦਾ ਸੀ ਬੰਦਾ। ਉਸੇ ਵੇਲੇ ਲਾਈਵ ਇੱਕ ਸਟੇਟਮੈਂਟ ਦੇਣੀ ਚਾਹੀਦੀ ਸੀ, ਭਾਈ ਇਹਨੇ ਗਲਤੀ ਕੀਤੀ ਸੀ, ਕੱਢਤਾ ਜੀ ਲਰਨਿੰਗ ਸੈਂਟਰ ਚੋਂ ਇਹਨੂੰ। ਆ ਸੁਣਿਓ, ਭਾਈ ਰਣਜੀਤ ਸਿੰਘ ਦੀ ਸਿਹਤ ਜਾਬੀ ਵਾਸਤੇ ਅਰਦਾਸ ਹੋ ਰਹੀ, ਚੰਗਾ ਭਲਾ ਤੰਦਰੁਸਤ ਰਿਸ਼ਟ ਪੁਸ਼ਟ ਬੰਦਾ, ਉਹਦੇ ਵਾਸਤੇ ਅਰਦਾਸ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੀ ਇਹਨਾਂ ਨੂੰ ਸਿਹਤ ਜਾਬੀ ਬਖਸ਼ੋ। ਦੱਸੋ ਜੀ। ਸਿਹਤ ਜਾਬੀਆਂ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਇਸੇ ਤਰ੍ਹਾਂ ਅਗਾਹ ਤੋਂ ਸਿਹਤ ਨਾਮ ਦੀ ਦਾਤ, ਚਰਨਾਂ ਕਮਲਾਂ ਦਾ ਪਿਆਰ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਜੀ। ਭਾਈ ਸਾਹਿਬ ਹੋਰਾਂ ਨੂੰ ਸਿਹਤ ਜਾਬੀਆਂ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਇਸੇ ਤਰ੍ਹਾਂ ਅਗਾਹ ਤੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਬਲ ਉਦਮ ਚਾਹ ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ ਜੀ। ਸਮੂਹ ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਆਪ ਜੀ ਦੇ ਪਾਵਨ ਦਰ ਤੇ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈ, ਆਪ ਜੀ ਪ੍ਰਵਾਨ ਕਰੋ। ਸੀਤ ਪ੍ਰਸ਼ਾਦ, ਸੀਤ ਪ੍ਰਸ਼ਾਦ ਚਲੋ ਇੱਕ ਵੱਖਰਾ ਵਿਸ਼ਾ ਹੈ ਤੇ ਫਿਰ ਕਦੇ ਗੱਲ ਕਰਾਂਗੇ। ਭਾਈ ਰਣਜੀਤ ਸਿੰਘ ਜੀ ਸਿਹਤ ਜਾਬੀ ਵਾਸਤੇ ਯਾਰ ਇੱਕ ਤੰਦਰੁਸਤ ਬੰਦਾ, ਚੰਗਾ ਭਲਾ ਰਿਸ਼ਟ ਪੁਸ਼ਟ ਜਿਹੜਾ ਉਹ ਜਿਹਨੂੰ ਹਰ ਤਰ੍ਹਾਂ ਦਾ ਵਧੀਆ ਖਾਣਾ ਜਿਹੜਾ ਸਲਾਦ ਵਗੈਰਾ ਮੁਹੱਈਆ ਹੁੰਦੇ ਨੇ, ਉਹਦੀ ਸਿਹਤ ਜਾਬੀ ਲਈ ਤੇ ਅਰਦਾਸ ਕਰ ਰਹੇ ਹੋ। ਤੇ ਜੇ ਕਿਸੇ ਨੇ ਬੋਰਵੈਲ ਦੇ ਵਿੱਚ ਡਿੱਗੇ ਬੱਚੇ ਲਈ, ਜਿੱਥੇ ਕੈਮਰਾ ਤੱਕ ਵੀ ਨਹੀਂ, ਪਤਾ ਨਹੀਂ ਕਿਸ ਹਾਲਤ ਦੇ ਵਿੱਚ ਹੈ, ਤੇ ਉਹਦੇ ਵਾਸਤੇ ਅਰਦਾਸ ਕਰਤੀ ਹੈ। ਤੇ ਭਾਈ ਰਣਜੀਤ ਸਿੰਘ ਦੰਦੀਆਂ ਖਰਾਉਂਦੇ ਨੇ ਉਹਨਾਂ ਲੋਕਾਂ ਦੀ, ਸਾਰੇ ਅਰਦਾਸ ਕਰੋ। ਇਹ ਸਿੱਖੀ ਹੈ। ਸਿੱਖੀ ਦੇ ਵਿੱਚੋਂ ਨਿਮਰਤਾ, ਸਹਿਨਸ਼ੀਲਤਾ, ਮਿਲ ਬਹਿਣ ਦੀ ਗੱਲ, ਮਿੱਠ ਬੋਲਾਪਣ, ਉਹ ਕੁਛ ਵੀ ਤੁਹਾਡੇ 'ਚ ਨਜ਼ਰ ਨਹੀਂ ਆ ਰਿਹਾ। ਤੁਸੀਂ ਤੇ ਜਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸਿੱਖਾਂ ਨੂੰ। ਤੇ ਫਿਰ ਉਸ ਤੋਂ 2 ਸਾਲ ਬਾਅਦ ਤੁਹਾਡੇ ਪ੍ਰਚਾਰ ਦਾ ਅਸਰ ਆ ਹੋ ਰਿਹਾ, ਤੁਹਾਡੇ ਆਪਣੇ ਬਣਾਏ ਸੈਂਟਰ ਦੇ ਵਿੱਚ ਆਹ ਅਰਦਾਸਾਂ ਹੋਣੀਆਂ ਤੁਹਾਡੀ ਸਿਹਤ ਜਾਬੀ ਲਈ। ਇਹ ਸਭ ਕੁਝ ਚੱਲੀ ਜਾਂਦਾ। ਸਿੱਖੀ ਦੀ ਹਰ ਪਰੰਪਰਾ ਨੂੰ ਢਾਹ ਲਾਉਣਾ ਤੁਸੀਂ ਸਹੁੰ ਖਾਧੀ ਹੋਈ ਹੈ।
ਪਰ ਭਾਈ ਘੱਟੋ ਘੱਟ ਛੱਡੋ ਨਾ ਇਹ ਸਾਰਾ ਕੁਝ। ਉਹ ਤੁਹਾਡੇ ਸਾਥੀ ਕਹਿੰਦੇ ਕਿ ਨੋਟਸ ਨੇ, ਤੁਸੀਂ ਹੁੱਬ ਕੇ ਮੱਥਾ ਟੇਕਦੇ ਹੋ, 18 ਫੁੱਟ ਉੱਚੀਆਂ ਕਹਿੰਦੇ ਪਾਲਕੀਆਂ ਬਣਾਈ ਜਾ ਰਹੇ ਅਸੀਂ, ਇਹਦੇ ਨਾਲ ਸਤਿਕਾਰ ਵੱਧਦਾ ਹੈ। ਇਹ ਕਦੋਂ ਤੱਕ ਚੱਲੂਗਾ ਦੋਗਲਾਪਨ? ਛੱਡੋ, ਇੱਕ ਪਾਸਾ ਰੱਖੋ।